जोबन जांदे ना डरा, जे सह प्रीत न जाए। फरीदा कित्ती जोबन प्रीत बिन, सुक गए कुमलाए। जोबन जांदे ना डरा, जे सै प्रीत न जाए। कित्ती जोबन प्रीत बिन, सुक गए कुमलाए। सम्मानयोग गुरु की साजी हुई गुरु प्यारी साध संगत जी, ਵੱਡੇ ਭਾਗਾਂ ਦੇ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹਨਾਂ ਦੀ ਹਜ਼ੂਰੀ ਦੇ ਅੰਦਰ ਸਜਣ ਦਾ ਤੇ ਬਾਣੀ ਵਾਲੇ ਰਸ ਨੂੰ ਮਾਣਨ ਦਾ ਬਹੁਤ ਹੀ ਅਨਮੋਲ ਸਮਾਂ, ਇਹ ਕੀਮਤੀ ਪਲ ਸਾਨੂੰ ਪ੍ਰਾਪਤ ਹੋਏ ਹਨ, ਜੋ ਕਿ ਗੁਰੂ ਸਾਹਿਬ ਦੀ ਮਿਹਰ ਹੈ ਸਾਡੇ 'ਤੇ। ਇਹ ਗੁਰੂ ਨਾਨਕ ਜੀ ਦਾ ਤਰਸ ਹੈ। ਗੁਰਬਾਣੀ ਦੀ ਵਿਚਾਰ ਨੂੰ ਆਰੰਭ ਕਰਨ ਤੋਂ ਪਹਿਲਾਂ ਪਿਆਰ ਸਤਿਕਾਰ ਦੇ ਨਾਲ ਆਖਣਾ ਕਰੀਏ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜੋ ਪਾਵਨ ਬਚਨ ਹੈ, ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਰਸਨਾ ਤੋਂ ਗਾਇਨ ਕੀਤਾ ਹੋਇਆ ਹੈ, ਜੋ ਕਿ ਰਾਗ ਸੂਹੀ ਦੇ ਵਿੱਚ 747 ਅੰਗ ਤੋਂ ਆਰੰਭ ਹੋ ਕਰ 748 ਅੰਗ 'ਤੇ ਸੰਪੂਰਨ ਹੋ ਜਾਂਦਾ ਹੈ। ਇਸ ਸ਼ਬਦ ਦੇ ਅੰਦਰ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ ਹਨ, ਸੂਹੀ ਮਹੱਲਾ ਪੰਜਵਾ। ਰਾਗ ਸੂਹੀ ਹੈ, ਮਹੱਲਾ ਪੰਜਵਾ ਤੋਂ ਭਾਵ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਬਾਣੀ ਹੈ। ਕਰਮ ਧਰਮ ਪਖੰਡ ਜੋ ਦੀਸੇ, ਤਿਨ ਜਮ ਜਾਗਾਤੀ ਲੂਟੈ। ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਖ ਸਿਮਰਤ ਜਿਤ ਛੂਟੈ। ਸੰਤੋ ਸਾਗਰ ਪਾਰ ਉਤਰੀਐ, ਜੇ ਕੋ ਬਚਨ ਕਮਾਵੇ ਸੰਤਨ ਕਾ। ਸੋ ਗੁਰ ਪ੍ਰਸਾਦੀ ਤਰੀਐ, ਜੇ ਕੋ ਬਚਨ ਕਮਾਵੇ ਸੰਤਨ ਕਾ। ਸੋ ਗੁਰ ਪ੍ਰਸਾਦੀ ਤਰੀਐ। ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਕਿ ਦੁਨੀਆ ਦੇ ਵਿੱਚ ਧਰਮ ਦੇ ਨਾਮ 'ਤੇ ਕਰਮ ਧਰਮ ਪਖੰਡ, ਧਰਮ ਨੂੰ ਮੋਹਰਾ ਬਣਾ ਕੇ ਕੁਝ ਲੋਕ ਪਖੰਡਾਂ ਦੇ ਵਿੱਚ, ਕਰਮ ਕਾਂਡ ਦੇ ਵਿੱਚ ਫਸੇ ਹੋਏ ਨੇ, ਜਿਨ੍ਹਾਂ ਨੂੰ ਜਮ ਰੂਪੀ ਜਿਹੜਾ ਫਰਿਸ਼ਤਾ ਹੈ ਮੌਤ ਦਾ, ਉਹ ਆ ਕੇ ਲੁੱਟ ਲੈਂਦਾ, ਜਾਂ ਜਿਨ੍ਹਾਂ ਦੇ ਗੁਣ ਜਿਹੜੇ ਨੇ ਉਹ ਲੁੱਟੇ ਜਾ ਰਹੇ ਆ। ਇੱਕ ਹੈ ਉਹ ਧਰਮ ਜਿਹੜਾ ਸਾਨੂੰ ਵਹਿਮਾਂ 'ਚੋਂ ਕੱਢਦਾ। ਇੱਕ ਇਹੋ ਜਿਹੇ ਲੋਕਾਂ ਨੇ ਧਰਮ ਬਣਾਏ ਹੋਏ ਨੇ ਜੋ ਬੰਦੇ ਨੂੰ ਭਰਮਾਂ ਵਿੱਚ ਪਾਉਂਦੇ, ਕਿਉਂਕਿ ਜਿਹੜੇ ਲੋਕ ਹਨ, ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਨਾਨਕ ਦੁਖੀਆ ਸਭ ਸੰਸਾਰ। ਉਹ ਬਹੁਤ ਜ਼ਿਆਦਾ ਦੁਖੀ ਨੇ। ਹਾਂ, ਇਹ ਹੋ ਸਕਦਾ ਵੀ ਤੁਹਾਡਾ ਦੁੱਖ ਮੇਰੇ ਨਾਲੋਂ ਅਲੱਗ ਹੋਵੇ, ਮੇਰਾ ਦੁੱਖ ਤੁਹਾਡੇ ਨਾਲੋਂ ਅਲੱਗ ਹੋਵੇ, ਪਰ ਦੁੱਖ ਸਭ ਨੂੰ ਹੀ ਹੈ। ਕੋਈ ਤਨ ਦੁਖੀ, ਕਿਸੇ ਨੂੰ ਤਾਂ ਸਰੀਰ ਕਰਕੇ ਪੀੜਾ ਵਾ, ਸਰੀਰ ਕਰਕੇ ਕੋਈ ਰੋਗੀ ਹੋ ਸਕਦਾ, ਕੋਈ ਮਨ ਦੁਖੀ, ਕੋਈ ਮਨ ਕਰਕੇ ਦੁਖੀ ਹੋ ਸਕਦਾ,
ਕੋਈ ਚਿੱਤ ਉਦਾਸ। ਕਿਸੇ ਦਾ ਚਿੱਤ ਉਦਾਸ ਹੋ ਸਕਦਾ, ਉਪਰਾਮ ਹੋ ਸਕਦਾ ਦੁਨੀਆ ਤੋਂ। ਏਕ ਏਕ ਦੁਖ ਸਭੀ ਕੋ ਸੁਖੀ ਸੰਤ ਕਾ ਦਾਸ। ਇੱਕ ਇੱਕ ਦੁੱਖ ਸਾਰਿਆਂ ਕੋਲ ਹੀ ਹੈ, ਸੁਖੀ ਕੇਵਲ ਉਹ ਬੰਦਾ ਹੈ ਜੋ ਦੁੱਖ ਵਿੱਚ ਵੀ ਸ਼ੁਕਰਾਨਾ ਕਰਨਾ ਜਾਣਦਾ। ਉਹ ਬੰਦਾ ਸਰਬ ਸੁਖੀ ਹੈ। ਹੁਣ ਗੁਰੂ ਅਰਜਨ ਦੇਵ ਜੀ ਜੋ ਕਹਿ ਰਹੇ ਆ ਸਾਨੂੰ ਕਿ ਲੋਕ ਜਦੋਂ ਦੁਖੀ ਹੁੰਦੇ ਆ, ਉਹ ਦੁੱਖਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਆ। ਫਿਰ ਉਹਨਾਂ ਨੂੰ ਜਿਹੜੇ ਪਖੰਡੀ ਲੋਕ ਹੁੰਦੇ ਆ, ਉਹ ਆਪਣੇ ਵਹਿਮਾਂ 'ਚ ਫਸਾ ਲੈਂਦੇ ਆ। ਪਹਿਲਾਂ ਤੁਸੀਂ ਇਹ ਮੰਨੋ ਕਿ ਹਰ ਬੰਦਾ ਦੁਖੀ ਹੈ, ਹਰ ਇੱਕ ਬੰਦੇ ਨੂੰ ਦੁੱਖ ਆ। ਕੋਈ ਤਨ ਦੁਖੀ, ਜੇ ਕੋਈ ਤਨ ਕਰਕੇ ਦੁਖੀ ਨਹੀਂ ਹੈਗਾ, ਉਹ ਮਨ ਕਰਕੇ ਆ। ਜੇ ਕੋਈ ਮਨ ਕਰਕੇ ਨਹੀਂ ਦੁਖੀ ਹੈਗਾ ਤਾਂ ਉਹ ਚਿੱਤ ਕਰਕੇ ਉਦਾਸ ਆ। ਜੇ ਕੋਈ ਚਿੱਤ ਕਰਕੇ ਨਹੀਂ ਉਦਾਸ, ਉਹ ਸਰੀਰ ਕਰਕੇ ਰੋਗੀ ਹੈ। ਸਰੀਰ ਕਰਕੇ ਰੋਗੀ ਨਹੀਂ ਤਾਂ ਮਨ ਕਰਕੇ ਸੋਗੀ ਆ। ਨਾਨਕ ਦੁਖੀਆ ਸਭ ਸੰਸਾਰ, ਕਰਮ ਧਰਮ ਪਖੰਡ ਜੋ ਦੀਸੇ। ਹੁਣ ਇੰਨੇ ਲੋਕ ਦੁਖੀ ਨੇ, ਉਹਨਾਂ ਨੂੰ ਫਿਰ ਕੁਝ ਲੋਕ ਇਹੋ ਜਿਹੇ ਆ ਜਿਹੜੇ ਵਹਿਮਾਂ 'ਚ ਪਾ ਦਿੰਦੇ ਆ। ਕੇਵਲ ਵਹਿਮਾਂ ਵਿੱਚ, ਭਰਮਾਂ ਵਿੱਚ ਹੀ ਨਹੀਂ ਪਾਉਂਦੇ, ਸਗੋਂ ਉਹਨਾਂ ਨੂੰ ਲੁੱਟ ਲੈਂਦੇ ਨੇ, ਉਹਨਾਂ ਨੂੰ ਠੱਗ ਲੈਂਦੇ ਨੇ। ਗੱਜ ਸਾਢੇ ਤੈ ਤੈ ਧੋਤੀਆਂ, ਤੇਰੇ ਪਾਇਮ ਤੱਗ, ਗਲੀ ਜਿੰਨਾ ਜਪ ਮਾਲੀਆਂ, ਲੋਟੇ ਹੱਥ ਨਿਬੱਗ। ਕੋਈ ਹਰ ਕੇ ਸੰਤ ਨਾ ਆਖੀਐ, ਬਾਨਾਰਸ ਕੇ ਠੱਗ। ਐਸੇ ਸੰਤ ਨ ਮੋਹ ਕੋ ਭਾਵਹਿ, ਡਾਲਾ ਸਿਉ ਪੇਡਾ ਲਟਕਾਵਹਿ। ਭਗਤ ਕਬੀਰ ਜੀ ਕਹਿੰਦੇ ਸੰਤ ਨਹੀਂ ਹੈਗੇ, ਸੰਤ ਬਣੇ ਹੋਏ ਨੇ ਪਰ ਹੈਗੇ ਬਨਾਰਸ ਦੇ ਠੱਗ ਨੇ। ਇਹਨਾਂ ਕੋਲ ਭੇਖ ਸੰਤਾਂ ਵਾਲਾ ਹੈ। ਇਹੋ ਜਿਹੇ ਲੋਕ ਬਾਣੀ ਨਾਲੋਂ ਤੋੜ ਕੇ ਇਹ ਕਹਿਣ ਦੀ ਬਜਾਏ ਕਿ ਤੁਸੀਂ ਸਿਰਫ ਦੁੱਖ ਨੂੰ ਸਹਿਣਾ ਸਿੱਖੋ, ਜੋ ਵਾਹਿਗੁਰੂ ਨੇ ਦਿੱਤਾ ਹੈ, ਜੋ ਵਾਹਿਗੁਰੂ ਨੇ ਕਰ ਦਿੱਤਾ, ਉਹਨੂੰ ਕਹਿ ਦਿਓ ਜੋ ਤੁਧ ਭਾਵੈ ਸਾਈ ਭਲੀ ਕਾਰ। ਤੇ ਉਹਦਾ ਸਿਮਰਨ ਕਰੋ, ਕੀਰਤਨ ਕਰੋ, ਉਹਦੇ ਕੋਲ ਜਾ ਕੇ ਬੈਠੋ, ਸੁਣੋ। ਇਹ ਕਹਿਣ ਦੀ ਬਜਾਏ ਉਹ ਇਹ ਕਹਿੰਦੇ ਨੇ ਕਿ ਆਓ ਤੁਹਾਡੇ ਦੁੱਖਾਂ ਨੂੰ ਦੂਰ ਕਰੀਏ। ਉਹ ਲੋਕ ਜਿਹੜੇ ਆ ਬਨਾਰਸ ਦੇ ਠੱਗ, ਜਿਹੜੇ ਆਪਦੇ ਆਪ ਨੂੰ ਇਸ ਤਰ੍ਹਾਂ ਮੰਨਦੇ ਆ ਪਰ ਕਹਿੰਦੇ ਸੰਤ ਨੇ, ਤਾਂ ਲੋਕ ਜਿਹੜੇ ਨੇ ਦੁਖੀ ਹੋਣ ਕਰਕੇ ਉਹਨਾਂ ਦੇ ਪਿੱਛੇ ਲੱਗ ਜਾਂਦੇ ਨੇ। ਉਹ ਫਿਰ ਉਹਨਾਂ ਨੂੰ ਗੁਰੂ ਅਰਜਨ ਦੇਵ ਜੀ ਕਹਿੰਦੇ ਕਰਮ ਧਰਮ ਪਖੰਡ, ਪਖੰਡ 'ਚ ਫਸਾ ਕੇ ਨਾਲੇ ਉਹਨਾਂ ਦਾ ਵੀ ਜੀਵਨ ਬੇਅਰਥਾ, ਤੇ ਜਿਹੜੇ ਉਹਨਾਂ ਦੇ ਪਿੱਛੇ ਚੱਲਦੇ ਉਹਨਾਂ ਦਾ ਤਾਂ ਹੋ ਹੀ ਜਾਣਾ। ਤਿੰਨ ਜਮ ਜਾਗਾਤੀ ਲੂਟੈ। ਇਸ ਤਰ੍ਹਾਂ ਬਹੁਤ ਲੋਕ ਨੇ ਜੋ ਦੁਖੀ ਹੁੰਦੇ ਨੇ। ਜਿਹੜੇ ਸਹੀ ਮਹਾਂਪੁਰਸ਼ ਹੁੰਦੇ ਆ, ਓਰੀਜਨਲ ਜਿਹਨੂੰ ਆਪਾਂ ਨੂੰ ਕਹਿੰਦੇ ਆ, ਇੱਕ ਤਾਂ ਹੁੰਦੇ ਆ ਭੇਖ ਵਾਲੇ, ਇੱਕ ਰੀਅਲ ਸੰਤ, ਅਸਲ ਸੰਤ ਜਿਹੜੇ ਹੁੰਦੇ ਨੇ, ਉਹ ਸਿਰਫ ਇਹ ਕਹਿਣਗੇ ਕਿ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਬੇਨਤੀ ਕਰੋ। ਜਿੰਨੇ ਵੀ ਟਕਸਾਲ ਦੇ ਮਹਾਂਪੁਰਖ ਹੋਏ ਅੱਜ ਤੱਕ, ਕਦੇ ਕਿਸੇ ਨੇ ਇਹ ਨਹੀਂ ਕਿਹਾ ਕਿ ਆਓ ਤੁਹਾਡਾ ਇਵੇਂ ਦੁੱਖ ਮਿਟਾਈਏ। ਉਹ ਕਹਿਣਗੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਜਾਓ, ਵੱਧ ਤੋਂ ਵੱਧ ਕੜਾਹ ਪ੍ਰਸ਼ਾਦੀ ਦੇ ਕਰਵਾਓ, ਤੇ ਉਹਦੇ ਅੱਗੇ ਸਤਿਗੁਰੇ ਅੱਗੇ ਅਰਦਾਸ ਕਰ ਸਾਜਨ ਦੇ ਮਿਲਾਏ। ਗੁਰੂ ਅੱਗੇ ਕੀਤੀ ਹੋਈ ਅਰਦਾਸ ਤਾਂ ਰੱਬ ਨੂੰ ਮਿਲਾ ਦਿੰਦੀ ਆ, ਤੇ ਤੂੰ ਉਹਦੇ ਅੱਗੇ ਅਰਦਾਸ ਕਰ। ਜੇ ਉਹਨੂੰ ਅਰਦਾਸ ਭਾ ਗਈ ਤਾਂ ਤੇਰੇ ਦੁੱਖ ਜ਼ਰੂਰ ਦੂਰ ਹੋਣਗੇ। ਇਹ ਰੀਅਲ ਸੰਤ ਦੀ ਪਛਾਣ ਆ। ਭੇਖ ਵਾਲੇ ਦੀ ਪਛਾਣ ਇਹ ਆ, ਉਹ ਕਹੇਗਾ ਆਓ ਮੈਂ ਤੁਹਾਡੇ ਦੁੱਖ ਤੋੜਨਾ, ਇਹ ਉਹਦੀ ਪਛਾਣ। ਅਸਲ ਸੰਤ ਦੀ ਪਛਾਣ ਕੀ ਆ? ਉਹ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜੇਗਾ। ਝੂਠੇ ਦੀ ਪਛਾਣ ਕੀ ਆ? ਉਹ ਆਪਣੇ ਆਪ ਨਾਲ ਜੋੜੇਗਾ। ਇਹ ਵੱਡੀ ਪਛਾਣ ਆ। ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਕ ਸਿਮਰਤ ਜਿਤ ਛੂਟੈ। ਤਾਂ ਗੁਰੂ ਅਰਜਨ ਦੇਵ ਜੀ ਕਹਿੰਦੇ ਤੁਸੀਂ ਇਹਨਾਂ ਲੋਕਾਂ ਦੇ ਜੰਜਾਲ ਵਿੱਚ ਫਸਣ ਨਾਲੋਂ ਖੁਦ ਹੀ ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਕ ਸਿਮਰਤ ਜਿਤ ਛੂਟੈ। ਖੁਦ ਹੀ ਵਾਹਿਗੁਰੂ ਦੀ ਬੰਦਗੀ ਕਰੋ, ਸਿਮਰਨ ਕਰੋ, ਉਹਦੀ ਯਾਦ ਵਿੱਚ ਬੈਠੋ।
ਇਵੇਂ ਤੁਹਾਨੂੰ ਰਹਿਣਾ ਆਵੇਗਾ, ਸਹਿਣਾ ਆਵੇਗਾ, ਸ਼ੁਕਰ ਕਰਨਾ ਆਵੇਗਾ ਉਦੋਂ ਵੀ ਜਦੋਂ ਘਰ ਵਿੱਚ ਦੁੱਖ ਆ। ਇੱਕ ਕਿਸੇ ਫਕੀਰ ਦੀ ਗਾਥਾ ਪੜ੍ਹੀ ਮੈਂ, ਤੇ ਉਹ ਘੋੜੇ ਤੇ ਸਵਾਰ ਹੋ ਕੇ ਆਇਆ। ਘੋੜੇ ਦੇ ਉੱਪਰ ਕਾਠੀ ਬਹੁਤ ਕੀਮਤੀ ਪਾਈ ਹੋਈ ਸੀ। ਆਪ ਉਹ ਨਮਾਜ਼ ਪੜ੍ਹਨ ਚਲਾ ਗਿਆ ਅੰਦਰ। ਨਮਾਜ਼ ਪੜ੍ਹ ਕੇ ਬਾਹਰ ਆਇਆ, ਦੇਖਿਆ ਘੋੜਾ ਹੈ ਪਰ ਘੋੜੇ ਦੇ ਉੱਪਰ ਪਾਈ ਹੋਈ ਕਾਠੀ ਕਿਸੇ ਨੇ ਚੁਰਾ ਲਈ ਆ, ਚੋਰੀ ਕਰ ਲਈ। ਜਦੋਂ ਉਹਨੇ ਦੇਖਿਆ ਕਿ ਇਹ ਕੀ ਹੋ ਗਿਆ, ਇੱਕਦਮ ਬੰਦੇ ਦੇ ਅੰਦਰ ਹੁੰਦਾ ਵੀ ਇੰਨੀ ਕੀਮਤੀ ਚੀਜ਼ ਗਈ, ਪਰ ਉਹਨੇ ਉੱਥੇ ਸ਼ੁਕਰ ਕੀਤਾ। ਕਹਿਣ ਲੱਗਾ ਸ਼ੁਕਰ ਆ, ਕਾਠੀ ਹੀ ਚੋਰੀ ਹੋਈ ਆ, ਘੋੜਾ ਨਹੀਂ ਚੋਰੀ ਹੋਇਆ। ਕਹਿਣ ਲੱਗਾ ਸ਼ੁਕਰ ਹੈ ਮਾਲਕ ਦਾ ਵੀ ਕਾਠੀ ਹੀ ਗਈ ਆ, ਚੋਰੀ ਹੋਈ ਆ, ਘੋੜਾ ਤਾਂ ਬਚ ਗਿਆ ਨਾ। ਇਸ ਤਰ੍ਹਾਂ ਫਿਰ ਉਹਨੂੰ ਕਹਿਣ ਲੱਗੇ ਲੋਕ ਜਿਹੜੇ ਸੀ, ਕਹਿੰਦੇ ਤੁਸੀਂ ਕੀ ਕਹਿ ਰਹੇ ਹੋ, ਕੀਮਤੀ ਕਾਠੀ ਚੋਰੀ ਹੋ ਗਈ, ਤੁਸੀਂ ਰੱਬ ਦਾ ਸ਼ੁਕਰ ਕਰ ਰਹੇ ਹੋ। ਉਹ ਕਹਿਣ ਲੱਗਾ ਜੇ ਮੈਂ ਇਹਦੀ ਜਗ੍ਹਾ ਕਲਪਾਂ ਕਿ ਮੇਰੀ ਉਹ ਕਾਠੀ ਸੋਨੇ ਦੀ ਸੀਗੀ, ਜਿਹੜੀ ਹੋਈ ਚੋਰੀ ਹੋ ਗਈ ਘੋੜੇ ਦੀ, ਤੇ ਉਹ ਕਲਪਨ ਦੇ ਨਾਲ ਕੀ ਹੋਊਗਾ। ਜੇ ਮੈਂ ਇਸ ਤਰ੍ਹਾਂ ਦੁਖੀ ਹੋਵਾਂ, ਉਹ ਚਲੀ ਗਈ ਚੀਜ਼, ਜੇ ਮੈਂ ਇਵੇਂ ਮੇਰੀ ਸਿਹਤ ਖਰਾਬ ਹੋਊਗੀ, ਪਹਿਲੀ ਗੱਲ ਕਲਪਨ ਦੇ ਨਾਲ। ਦੂਜੀ ਗੱਲ, ਮੈਂ ਕਦੇ ਵੀ ਵਾਹਿਗੁਰੂ ਦੇ ਨੇੜੇ ਨਹੀਂ ਹੋ ਸਕਦਾ, ਅੱਲਾ ਦੇ। ਹੁਣ ਜੇ ਮੈਂ ਸ਼ੁਕਰ ਕਰਦਾ ਹਾਂ, ਜਾਣ ਵਾਲੀ ਚੀਜ਼ ਗਈ, ਸ਼ੁਕਰ ਕਰਨ ਦੇ ਨਾਲ ਮੈਂ ਉਹਦੀ ਰਹਿਮਤ ਦਾ ਪਾਤਰ ਬਣ ਗਿਆ। ਤਾਂ ਫਿਰ ਕੀ ਹੋਇਆ, ਕਿਸੇ ਨੂੰ ਜਦੋਂ ਪਤਾ ਲੱਗਾ ਕਿ ਇਹ ਫਕੀਰ ਆ, ਉਹਨੇ ਅਗਲੇ ਦਿਨ ਜਦੋਂ ਨਮਾਜ਼ ਪੜ੍ਹਨ ਆਇਆ, ਤੁਰ ਕੇ ਆਇਆ, ਘੋੜੇ ਨੂੰ ਉੱਪਰ ਨਹੀਂ ਬਹਿ ਕੇ ਆਇਆ, ਤੇ ਉਹਨੇ ਫਿਰ ਸੋਹਣੀ ਕਾਠੀ ਲਿਆ ਕੇ ਉਹਦੇ ਤੇ ਪਾ ਦਿੱਤੀ, ਬਿਲਕੁਲ ਉੱਦਾਂ ਹੀ ਤਰ੍ਹਾਂ ਦੀ। ਜਦੋਂ ਬਾਹਰ ਆਇਆ ਫਿਰ ਸ਼ੁਕਰ ਨਿਕਲਿਆ ਕਿ ਮਾਲਕ ਇਹ ਤੇਰੀ ਹੀ ਰਜ਼ਾ ਹੈ। ਫਿਰ ਵੀ ਸ਼ੁਕਰ ਹੀ ਨਿਕਲਿਆ ਕਿ ਪਹਿਲਾਂ ਚੀਜ਼ ਗਈ, ਮੈਂ ਸ਼ੁਕਰਾਨਾ ਕੀਤਾ, ਫਿਰ ਵਾਪਸ ਮੁੜ ਆਈ। ਨਾ ਕਹਿਣ ਦਾ ਭਾਵੇਂ ਤਾਂ ਇੱਕ ਉਦਾਹਰਨ ਆ, ਹੋ ਸਕਦਾ ਇੱਦਾਂ ਦੀ ਕੋਈ ਘਟਨਾ ਨਾ ਹੋਈ ਹੋਵੇ, ਪਰ ਇਹ ਜਦੋਂ ਸਿੱਖਿਆ ਜਿਹੜੀ ਇਹ ਤੋਂ ਮਿਲਦੀ ਆ, ਸੱਚੀ ਆ ਕਿ ਜਦੋਂ ਕੋਈ ਚੀਜ਼ ਤੋਂ ਸਾਡੇ ਕੋਲੋਂ ਖੁੱਸਦੀ ਆ, ਉਹਦੀ ਕਲਪਨ ਦੀ ਜਗ੍ਹਾ, ਦੁਖੀ ਹੋਣ ਦੀ ਜਗ੍ਹਾ ਸਾਨੂੰ ਵਾਹਿਗੁਰੂ ਦਾ ਸ਼ੁਕਰਾਨਾ ਹੀ ਕਰਨਾ ਚਾਹੀਦਾ। ਕਿਉਂਕਿ ਉਹ ਕਲਪਨ ਦੇ ਨਾਲ ਤਾਂ ਸਿਹਤ ਖਰਾਬ ਹੁੰਦੀ ਆ, ਗੁਰੂ ਦੇ ਨੇੜੇ ਨਹੀਂ ਹੋ ਸਕਦੇ। ਸ਼ੁਕਰਾਨਾ ਕਰਨ ਦੇ ਨਾਲ ਗੁਰੂ ਦੇ ਨੇੜੇ ਵੀ ਹੋ ਜਾਵਾਂਗੇ, ਸਿਹਤ ਵੀ ਠੀਕ ਹੋ ਜਾਏਗੀ। ਇਸ ਕਰਕੇ ਅੱਗੇ ਬਹੁਤ ਉੱਚੀ ਗੱਲ ਕਹੀ ਆ ਗੁਰੂ ਅਰਜਨ ਦੇਵ ਜੀ ਨੇ, ਸੰਤੋ ਸਾਗਰ ਪਾਰ ਉਤਰੀਐ। ਸੰਤੋ, ਹੇ ਸੰਤ ਜਨੋ, ਸਤਸੰਗੀ ਜਨੋ, ਇਹ ਦੁਨੀਆ ਸਮੁੰਦਰ ਆ, ਸੰਸਾਰ ਸਮੁੰਦਰ। ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠਲਾ। ਮੈਂ ਅਜਾਨ ਜਨ ਤਰਬੇ ਨਾ ਜਾਨੋ, ਮੋਕੋ ਬਾਹਾਂ ਦੇਹ ਬੀਠਲਾ। ਭਗਤ ਨਾਮਦੇਵ ਜੀ ਦੀ ਬਾਣੀ ਆ। ਮੈਂ ਤਰਨਾ ਨਹੀਂ ਜਾਣਦਾ, ਹੇ ਵਾਹਿਗੁਰੂ ਮੈਨੂੰ ਬਾਂਹ ਦੇ ਕੇ ਬਚਾ ਲਾ, ਮੈਂ ਡੁੱਬ ਰਿਹਾ ਹਾਂ। ਤਾਂ ਜੇ ਤੁਸੀਂ ਇਹ ਕਰਨਾ ਚਾਹੁੰਦੇ ਹੋ, ਉਹਦੇ ਲਈ ਇੱਕੋ ਹੀ ਰਾਹ ਦੱਸਿਆ ਹੈ, ਜੇ ਕੋ ਬਚਨ ਕਮਾਵੇ ਸੰਤਨ ਕਾ। ਜੇ ਕੋ ਬਚਨ ਕਮਾਵੇ ਸੰਤਨ ਕਾ, ਜਿਹੜਾ ਬੰਦਾ ਆਪਦੇ ਗੁਰੂ ਦਾ ਬਚਨ ਕਮਾਉਂਦਾ ਹੈ, ਕਮਾਉਣ ਦਾ ਭਾਵ ਉਹਨੂੰ ਮੰਨਦਾ ਹੈ, ਗੁਰ ਪ੍ਰਸਾਦੀ ਤਰੀਏ। ਸੋ ਗੁਰ ਪ੍ਰਸਾਦੀ ਤਰੀਏ, ਉਹ ਬੰਦਾ ਤਰ ਸਕਦਾ। ਦੋ ਚੀਜ਼ਾਂ ਹਨ, ਹੁਣ ਇਹਨੂੰ ਸਮਝੋ ਬਰੀਕੀ ਦੇ ਨਾਲ। ਇੱਕ ਆ ਬਾਣੀ ਪੜ੍ਹਨੀ, ਇੱਕ ਆ ਬਾਣੀ ਬਣਨਾ, ਇੱਕ ਆ ਬਾਣੀ ਜਪਣੀ। ਬਾਣੀ ਪੜ੍ਹਨਾ, ਬਾਣੀ ਜਪਣਾ, ਦੋਨਾਂ 'ਚ ਬਹੁਤ ਫਰਕ ਆ। ਪੜ੍ਹਨ ਵਾਲਾ ਬੰਦਾ ਕਦੇ ਨਹੀਂ ਬਦਲਦਾ। ਅੱਗੇ ਪੰਕਤੀਆਂ ਦੇ ਨਾਲ ਹੀ ਮਿਲਦੀਆਂ ਆਉਣੀਆਂ ਨੇ। ਵੇਦ ਕਤੇਬ ਸਿਮਰਤ ਸਭ ਸਾਸਤ, ਇਨ ਪੜ੍ਹਿਆ ਮੁਕਤ ਨ ਹੋਈ। ਏਕ ਅੱਖਰ ਜੋ ਗੁਰਮੁਖ ਜਾਪੈ, ਤਿਸ ਕੀ ਨਿਰਮਲ ਸੋਈ। ਬਹੁਤ ਚੀਜ਼ਾਂ ਨੇ। ਕੋਟ ਤੀਰਥ ਮੱਜਨ ਇਸ਼ਨਾਨਾ, ਇਸ ਕਲ ਮੈਂ ਮੈਲ ਭਰੀਜੈ। ਚੁੱਭੀਆਂ ਲਾਉਂਦੇ ਨੇ ਲੋਕ, ਬਹੁਤ ਚੀਜ਼ਾਂ ਹਨ, ਕਰੋੜਾਂ ਤਰ੍ਹਾਂ ਦੇ ਤੀਰਥ ਬਣ ਚੁੱਕੇ ਆ, ਪਰ ਫਿਰ ਵੀ ਬੰਦੇ ਮੈਲੇ ਆ। ਸਾਧ ਸੰਗ ਜੋ ਹਰ ਗੁਣ ਗਾਵੇ, ਸੋ ਨਿਰਮਲ ਕਰ ਲੀਜੈ। ਤਾਂ ਬਾਣੀ ਪੜ੍ਹਨੀ ਤੇ ਬਾਣੀ ਜਪਣੀ, ਇਹਨਾਂ 'ਚ ਕੀ ਫਰਕ ਆ? ਪੜ੍ਹਨ ਵਾਲੇ ਕਦੇ ਨਹੀਂ ਬਦਲਦੇ, ਜਪਣ ਵਾਲੇ ਬਦਲਦੇ ਆ। ਬਾਣੀ ਨੂੰ
ਜਪਣ ਵਾਲੇ ਬਦਲਦੇ ਆ, ਪੜ੍ਹਨ ਵਾਲੇ ਕਦੇ ਨਹੀਂ ਬਦਲਦੇ। ਬਾਣੀ ਪੜ੍ਹਨੀ ਇਉਂ ਆ, ਗੁਟਕਾ ਸਾਹਿਬ ਮੈਂ ਹੱਥ ਵਿੱਚ ਫੜਿਆ ਹੋਇਆ ਵਾ, ਮੈਂ ਪੜ੍ਹ ਰਿਹਾ ਪਰ ਮੇਰਾ ਉਹਦੇ ਵਿੱਚ ਧਿਆਨ ਨਹੀਂ। ਜਾਂ ਮੈਂ ਕਾਬਲ ਦੇ ਘੋੜੇ ਖਰੀਦ ਰਿਹਾ, ਜਾਂ ਮੈਂ ਪਰਿਵਾਰ ਦੀ ਚਿੰਤਾ 'ਚ ਹਾਂ, ਜਾਂ ਮੈਂ ਆਉਣ ਵਾਲੇ ਸਮੇਂ ਦੀ ਚਿੰਤਾ 'ਚ ਹਾਂ, ਜਾਂ ਬੀਤ ਚੁੱਕੇ ਸਮੇਂ ਦੀ ਯਾਦ ਵਿੱਚ ਘੁੰਮ ਰਿਹਾ, ਪਰ ਪੜ੍ਹ ਮੈਂ ਬਾਣੀ ਰਿਹਾ। ਇਹਨੂੰ ਪੜ੍ਹਨਾ ਕਹਿੰਦੇ। ਇਵੇਂ ਬਿਲਕੁਲ ਵੀ ਕੋਈ ਤਬਦੀਲੀ ਨਹੀਂ ਹੁੰਦੀ। ਹਾਂ, ਇਹ ਹੋ ਸਕਦਾ ਤੁਸੀਂ ਰਿਪੀਟ ਪੜ੍ਹ ਰਹੇ ਹੋ ਅਤੇ ਤੁਹਾਨੂੰ ਕੁਝ ਸ਼ਬਦ ਕੰਠ ਹੋ ਜਾਣ, ਇਹ ਹੋ ਸਕਦਾ, ਪਰ ਉਹ ਵੀ ਉਦੋਂ ਜਦੋਂ ਤੁਹਾਡਾ ਧਿਆਨ ਉਹ 'ਚ ਹੋਊਗਾ। ਇਹ ਆ ਪੜ੍ਹਨਾ। ਇਵੇਂ ਕੋਈ ਫਰਕ ਨਹੀਂ ਪੈਂਦਾ। 90 ਸਾਲ ਦਾ ਕੋਈ ਹੈ ਇਵੇਂ ਪੜ੍ਹ ਰਿਹਾ ਬਾਣੀ, ਬਿਲਕੁਲ ਵੀ ਦੱਸਦੀ ਨਹੀਂ ਇਹਨੇ ਬਾਣੀ ਪੜ੍ਹੀ, ਉਹਦਾ ਜੀਵਨ ਨਹੀਂ ਦੱਸੂਗਾ। ਕੋਈ 2 ਪੰਗਤੀਆਂ ਪੜ੍ਹ ਰਿਹਾ ਰੋਜ਼, ਪੜ੍ਹਦਾ ਇਉਂ ਆ ਜਦੋਂ ਪੜ੍ਹਦਾ ਕਿ ਬਸ ਇਹ ਮੇਰੇ ਗੁਰੂ ਨੇ ਮੈਨੂੰ ਇੱਕ ਖਜ਼ਾਨਾ ਦਿੱਤਾ, ਹੁਣ ਮੈਂ ਸਭ ਕੁਝ ਭੁਲਾ, ਮੈਂ ਸਭ ਕੁਛ ਛੋੜ ਪ੍ਰਭ ਤੁਮੇ ਤੇ ਆਇਆ। ਸਾਰਾ ਕੁਝ ਛੱਡ ਕੇ ਤੈਨੂੰ ਯਾਦ ਕਰ ਰਿਹਾ। ਚਾਹੇ 2 ਪੰਗਤੀਆਂ ਹੀ ਆ, ਉਹਨੂੰ ਬਦਲ ਦੇਣਗੀਆਂ। ਇਹਨੂੰ ਜਪਣਾ ਕਹਿੰਦੇ। ਪੜ੍ਹਨ ਦੇ ਨਾਲ ਕਦੇ ਕੋਈ ਨਹੀਂ ਬਦਲਦਾ। ਜਦੋਂ ਵੀ ਬਦਲਿਆ ਕੋਈ ਸਿੱਖ, ਉਹ ਜਪਣ ਦੇ ਨਾਲ ਬਦਲਿਆ ਹੈ। ਪਹਿਲਾਂ ਪੜ੍ਹਨਾ ਹੁੰਦਾ, ਫਿਰ ਜਪਣਾ ਹੁੰਦਾ, ਫਿਰ ਉਹਨੂੰ ਕਮਾਉਣਾ ਹੁੰਦਾ, ਫਿਰ ਉਹਦੇ ਜੈਸੇ ਹੋਣਾ ਹੁੰਦਾ। ਵੇਦ ਕਤੇਬ ਸਿਮਰਤ ਸਭ ਸਾਸਤ, ਭਾਵੇਂ ਵੇਦ ਵੀ ਆ, ਭਾਵੇਂ ਕੁਰਾਨ ਵੀ ਆ, ਭਾਵੇਂ ਸਿਮਰਤੀਆਂ ਵੀ ਆ, ਸ਼ਾਸਤਰ ਵੀ ਆ। ਰਿਗ ਵੇਦ, ਜਜਰ ਵੇਦ, ਅਥਰ ਵੇਦ, ਸਾਮ ਵੇਦ, ਪ੍ਰਾਣ, ਕੁਰਾਨ ਸ਼ਰੀਫ, ਭਾਗਵਤ ਗੀਤਾ, ਬਾਈਬਲ, ਬਹੁਤ ਕੁਝ ਹੈ। ਪਰ ਕੇਵਲ ਇਹਨਾਂ ਨੂੰ ਪੜ੍ਹਨ ਦੇ ਨਾਲ ਹੀ ਬੰਦਾ ਮੁਕਤ ਨਹੀਂ ਹੋ ਸਕਦਾ। ਜੋ ਇਹਨਾਂ ਵਿੱਚ ਲਿਖਿਆ ਹੋਇਆ ਹੈ ਉਹਨਾਂ ਨੂੰ ਕਮਾ ਕੇ ਹੀ ਬੰਦਾ ਸੁੱਚਾ ਹੋ ਸਕਦਾ। ਏਕ ਅੱਖਰ ਜੋ ਗੁਰਮੁਖ ਜਾਪੈ, ਤਿਸ ਕੀ ਨਿਰਮਲ ਸੋਈ। ਕਈ ਬੰਦੇ ਬਹੁਤ ਚੀਜ਼ਾਂ ਪੜ੍ਹਦੇ ਆ, ਇਹਦੇ ਅਰਥ ਇਹ ਆ, ਪਰ ਉਹ ਮੁਕਤ ਨਹੀਂ ਹੋ ਸਕਦੇ। ਗੁਰਮੁਖ ਇੱਕ ਅੱਖਰ ਨੂੰ ਪੜ੍ਹ ਕੇ ਹੀ ਨਿਰਮਲ ਹੋ ਜਾਂਦਾ ਹੈ। ਗੁਰਮੁਖ ਇੱਕ ਅੱਖਰ ਨੂੰ ਪੜ੍ਹਦਾ ਨਿਰਮਲ ਹੋ ਜਾਂਦਾ। ਕਈ ਵੇਦ ਪੜ੍ਹਦੇ ਆ, ਕਤੇਬ ਪੜ੍ਹਦੇ ਆ, ਸ਼ਾਸਤਰ ਪੜ੍ਹਦੇ ਆ, ਸਿਮਰਤੀਆਂ ਪੜ੍ਹਦੇ ਆ, ਅਰਥ ਪੜ੍ਹਦੇ ਆ, ਪਰ ਉਹ ਮੁਕਤ ਨਹੀਂ ਹੋ ਸਕਦੇ। ਗੁਰਮੁਖ ਏਕ ਅੱਖਰ ਜੋ ਗੁਰਮੁਖ ਜਾਪੈ, ਤਿਸ ਕੀ ਨਿਰਮਲ ਸੋਈ। ਗੁਰੂ ਅਰਜਨ ਦੇਵ ਜੀ ਬਹੁਤ ਡੂੰਘੀ ਗੱਲ ਕਰ ਰਹੇ। ਤਾਂ ਇਹ ਚੀਜ਼ ਇਹ ਨਹੀਂ ਕਿ ਇਹਦੀ ਕੁਆਂਟਿਟੀ ਆਪਾਂ ਦੇਖਣੀ ਆ, ਭਾਵ ਮਾਤਰਾ ਵੇਖਣੀ ਆ ਕਿ ਮੈਂ ਅੱਜ ਇੰਨਾ ਪੜ੍ਹਿਆ, ਇਹ ਨਹੀਂ ਆਪਾਂ ਦੇਖਣਾ। ਆਪਾਂ ਇਹ ਦੇਖਣਾ ਕਿ ਮੈਂ ਅੱਜ ਕਿੰਨਾ ਪੜ੍ਹਿਆ ਅਤੇ ਕਿੰਨਾ ਸਮਝਿਆ ਅਤੇ ਕਿੰਨਾ ਕਮਾਇਆ। ਜੇ ਤੁਸੀਂ ਇਹ ਦੇਖੋਗੇ ਮੈਂ ਇੰਨਾ ਪੜ੍ਹਿਆ, ਇਹ ਗਿਣੋਗੇ, ਫਿਰ ਕੋਈ ਬਦਲਾਵ ਨਹੀਂ ਆਊਗਾ। ਜੇ ਇਹ ਕਹੋਗੇ ਪੜ੍ਹਿਆ ਅਤੇ ਮੈਂ ਕਿੰਨਾ ਸਮਝਿਆ ਉਹਨੂੰ, ਪੜ੍ਹੀ ਚੀਜ਼ ਨੂੰ, ਕਿੰਨਾ ਉਹਦੇ ਵਿੱਚ ਸਮਾਇਆ, ਕਿੰਨਾ ਕੁ ਮੈਂ ਗੁਰੂ ਨੂੰ ਸੁਣਿਆ। ਕਈ ਕਹਿੰਦੇ ਅਸੀਂ ਬਹੁਤ ਸੁਣਿਆ, ਪਰ ਉਹਨਾਂ ਨੂੰ ਕੋਈ ਫਰਕ ਨਹੀਂ ਪਿਆ। ਸੁਣਨ ਤੋਂ ਬਾਅਦ ਇਹ ਵੀ ਦੇਖਣਾ ਮੈਂ ਇਹਨੂੰ ਕਿੰਨਾ ਸਮਝ ਸਕਿਆ, ਮੈਂ ਇਹਨੂੰ ਕਿੰਨਾ ਆਪਦੇ ਵਿੱਚ ਲਿਆ ਸਕਿਆ। ਬਾਣੀ ਤਾਂ ਕਹਿੰਦੀ ਕਿ ਗੁਰੂ ਦਾ ਬਚਨ ਕਮਾ ਵਸ, ਇਹਦੇ ਨਾਲ ਹੀ ਤੇਰਾ ਭਲਾ ਹੈ। ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਏ। ਜਿਹੜਾ ਗੁਰੂ ਦਾ ਬਚਨ ਕਮਾ ਲੈਂਦਾ ਹੈ ਉਹਦਾ ਉਹਦੇ ਵਿੱਚ ਭਲਾ ਹੁੰਦਾ ਹੈ। ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਕਥਾ ਸੁਣੀ ਦਾ ਫੇਰ ਹੀ ਲਾਭ ਹੈ, ਜਾਂ ਕਥਾ ਕਰਨ ਦਾ ਫੇਰ ਹੀ ਲਾਭ ਹੈ ਜੇ ਆਪਾਂ ਗੁਰੂ ਦਾ ਬਚਨ ਮੰਨੀਏ। ਨਹੀਂ ਇਹ ਸਾਰੀਆਂ ਗੱਲਾਂ ਹਵਾ ਵਿੱਚ ਉੱਡ ਰਹੀਆਂ ਨੇ। ਅਸੀਂ ਸੁਣ ਰਹੇ ਹਾਂ ਬਾਂਸ ਵਜਾਈਏ ਫੂਕ, ਜਿਵੇਂ ਬਾਂਸ ਦੇ ਵਿੱਚ ਭਗਤ ਕਬੀਰ ਜੀ ਕਹਿੰਦੇ ਆਪਾਂ ਫੂਕ ਮਾਰੀਏ, ਉਹ ਖੋਖਲਾ ਹੁੰਦਾ, ਖੜਦੀ ਨਹੀਂ ਉਹ 'ਚ ਹਵਾ। ਬੰਦੇ ਆ ਤੇਰੇ ਕੰਨ ਵੀ ਇਵੇਂ ਹੋ ਗਏ। ਇੱਕ ਇੱਕ ਚੀਜ਼ ਇਹਦੀ ਸਮਝਣੀ ਪੈਂਦੀ ਆ। ਤਾਂ ਮਹਾਤਮਾ ਬੁੱਧ ਜੀ ਦੀਆਂ 3 ਗੱਲਾਂ, ਉਹਨਾਂ ਦਾ ਇੱਕ ਗ੍ਰੰਥ ਹੈ ਧੰਮਪਦ, ਜਦੋਂ ਪੜ੍ਹੀਆਂ ਤੇ ਉਹਨਾਂ ਕਮਾਲ ਕਰ ਦਿੱਤੀ ਆ। ਉਹ 3 ਗੱਲਾਂ ਨੇ ਬੁੱਧਮ ਸ਼ਰਣਮ ਗਛਾਮੀ। ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇੱਕ ਬਚਨ ਆ ਕਿ ਚੰਗੀ ਚੀਜ਼ ਕਿਤੇ ਵੀ ਹੋਵੇ ਉਹਨੂੰ ਸਿੱਖ ਨੇ ਪੜ੍ਹਨਾ ਹੈ, ਚਾਹੇ ਕਿਸੇ ਵੀ ਗ੍ਰੰਥ ਵਿੱਚ ਲਿਖੀ ਹੋਵੇ। ਅਤੇ
ਉਹਨੂੰ ਫਿਰ ਆਪਾਂ ਗੁਰਬਾਣੀ ਦੀਆਂ ਉਦਾਹਰਨਾਂ ਦੇ ਕੇ ਪੇਸ਼ ਕਰੀਏ ਸਟੇਜ ਤੇ ਬਹੁਤ ਚੰਗੀ ਗੱਲ ਹੁੰਦੀ ਹੈ। ਕਿਤੇ ਵੀ ਹੋਵੇ ਕਿਸੇ ਗ੍ਰੰਥ ਵਿੱਚ ਚੰਗੀ ਗੱਲ, ਸਾਂਝ ਕਰੀਜੈ ਗੁਣਾਂ ਕੇਰੀ ਛੋੜ ਅਵਗੁਣ ਚੱਲੀਏ। ਤਾਂ 3 ਗੱਲਾਂ ਤੁਸੀਂ ਯਾਦ ਰੱਖਣੀਆਂ। ਪਹਿਲੀ ਆ ਬੁੱਧਮ ਸ਼ਰਣਮ ਗਛਾਮੀ। ਕੀ ਅਰਥ ਹੈ ਇਹਦੇ? ਮਹਾਤਮਾ ਬੁੱਧ ਜੀ ਕਹਿੰਦੇ ਨੇ, ਸਿਆਣੇ ਲੋਕਾਂ ਕੋਲ ਬੈਠਣ ਦੇ ਨਾਲ ਬੰਦਿਆ ਸਾਡਾ ਭਲਾ ਹੁੰਦਾ। ਹੇ ਇਨਸਾਨ, ਤੂੰ ਇਹ ਸਮਝ ਗੱਲ, ਬਸ ਸਿਆਣੇ ਲੋਕਾਂ ਦੇ ਕੋਲ ਜਾ ਕੇ ਬੈਠਣਾ, ਬਸ ਬੈਠਣਾ, ਕੁਝ ਨਹੀਂ ਕਰਨਾ, ਇਹਦੇ ਨਾਲ ਭਲਾ ਹੁੰਦਾ ਤੇਰਾ। ਇਹਨੂੰ ਕਹਿੰਦੇ ਆ ਬੁੱਧਮ ਸ਼ਰਣਮ ਗਛਾਮੀ। ਬਸ ਤੁਸੀਂ ਕਰਨਾ ਕੁਝ ਨਹੀਂ ਹੈਗਾ, ਬਸ ਤੁਸੀਂ ਗੁਰੂ ਕੋਲ ਆ ਕੇ ਬਹਿਣਾ ਹੀ ਆ। ਹਮ ਮੂਰਖ ਤੁਮ ਚਤਰ ਸਿਆਣੇ। ਹਮ ਮੂਰਖ, ਅਸੀਂ ਮੂਰਖ ਹਾਂ, ਸਿਆਣਾ ਕੌਣ? ਗੁਰੂ ਸਿਆਣਾ ਹੈ, ਗੁਰੂ ਸਾਹਿਬ ਜੀ ਸਿਆਣੇ ਨੇ। ਹਮ ਮੂਰਖ ਤੁਮ ਚਤਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ। ਸਿਆਣੇ ਲੋਕਾਂ ਦੇ ਕੋਲ ਬੈਠਣ ਦੇ ਨਾਲ ਸਾਡਾ ਭਲਾ ਹੁੰਦਾ ਹੈ, ਬਸ ਬੈਠਣ ਦੇ ਨਾਲ। ਪਹਿਲਾ ਇਹ ਉਹਨਾਂ ਦਾ ਹੈ ਸਟੈਪ, ਪਹਿਲਾ ਕਦਮ ਇਹ ਆ। ਬਸ ਤੁਸੀਂ ਆਓ ਗੁਰੂ ਸਾਹਿਬ ਜੀ ਕੋਲ ਬੈਠੋ, ਇਹਦੇ 'ਚ ਤੁਹਾਡਾ ਭਲਾ ਹੈ। ਦੂਜੀ ਗੱਲ ਹੈ ਸੰਗਮ ਸ਼ਰਣਮ ਗਛਾਮੀ। ਜਿਹੜੇ ਸਿਆਣੇ ਲੋਕ ਹਨ, ਉਹਨਾਂ ਦੀਆਂ ਗੱਲਾਂ ਨੂੰ ਮਹੱਤਤਾ ਦੇਣ ਵਾਲੇ ਲੋਕਾਂ ਕੋਲ ਬੈਠਣ ਦੇ ਨਾਲ ਸਾਡਾ ਭਲਾ ਹੁੰਦਾ ਹੈ। ਪਹਿਲੀ ਗੱਲ ਤਾਂ ਹੋ ਗਈ, ਸਿਆਣੇ ਲੋਕਾਂ ਕੋਲ ਬੈਠਣ ਨਾਲ ਸਾਡਾ ਭਲਾ ਹੁੰਦਾ ਹੈ। ਦੂਜੀ ਗੱਲ ਕਿ ਉਹ ਲੋਕ ਜਿਹੜੇ ਸਿਆਣਿਆਂ ਦੀਆਂ ਗੱਲਾਂ ਨੂੰ, ਚੰਗੀਆਂ ਗੱਲਾਂ ਨੂੰ ਮਹੱਤਤਾ ਦਿੰਦੇ ਆ, ਉਹਨਾਂ ਨੂੰ ਪੜ੍ਹਦੇ ਆ, ਉਹਨਾਂ ਕੋਲ ਬੈਠਣ ਦੇ ਨਾਲ ਸਾਡਾ ਭਲਾ ਹੁੰਦਾ ਹੈ। ਇਹ ਆਪਾਂ ਕਹਿ ਸਕਦੇ ਹਾਂ ਕਿ ਗੁਰਸਿੱਖ ਆਸ਼ਿਕ ਸ਼ਬਦ ਕੇ ਆਏ ਮਿਲ, ਗੁਰਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ। ਪਹਿਲਾ ਹੈ ਗੁਰੂ ਬਹੁਤ ਸਿਆਣਾ, ਗੁਰੂ ਕੋਲ ਬੈਠਣ ਨਾਲ ਸਾਡਾ ਭਲਾ ਹੁੰਦਾ ਹੈ। ਦੂਜਾ ਬਚਨ ਹੈ ਗੁਰਸਿੱਖਾਂ ਕੋਲ, ਜਿਹੜੇ ਗੁਰੂ ਦੀ ਬਾਣੀ ਨੂੰ ਮਹੱਤਤਾ ਦਿੰਦੇ ਆ, ਉਹਨਾਂ ਕੋਲ ਬੈਠਣ ਦੇ ਨਾਲ ਸਾਡਾ ਭਲਾ ਹੁੰਦਾ ਹੈ। ਤੀਜਾ ਬਚਨ ਹੈ ਧੰਮਮ ਸ਼ਰਣਮ ਗਛਾਮੀ। ਜਿਹੜੇ ਸਿਆਣੇ ਲੋਕ ਆ, ਉਹ ਜਿਹੜਾ ਰਾਹ ਦੱਸਦੇ ਆ, ਉਹ ਦੱਸੇ ਹੋਏ ਰਾਹ 'ਤੇ ਟੁਰਨ ਦੇ ਨਾਲ ਸਾਡਾ ਭਲਾ ਹੁੰਦਾ ਹੈ। 3 ਗੱਲਾਂ ਉਹਨਾਂ ਨੇ ਬੜੀ ਕੀਮਤੀ ਆਖੀਆਂ। ਧੰਮਪਦ ਗ੍ਰੰਥ ਆ ਉਹਨਾਂ ਦਾ, ਮਹਾਤਮਾ ਬੁੱਧ ਜੀ ਦਾ, ਬਹੁਤ ਸੋਹਣੀਆਂ ਗੱਲਾਂ ਉਹਦੇ ਵਿੱਚ ਲਿਖੀਆਂ, ਤੇ ਗੁਰਬਾਣੀ ਨਾਲ 90% ਮਿਲਦੀ। ਗੁਰਬਾਣੀ ਦੇ ਨਾਲ ਬਹੁਤ ਮੇਲ ਖਾਂਦੀਆਂ। ਕੁਰਾਨ ਸ਼ਰੀਫ ਦੀਆਂ ਆਇਤਾਂ ਵੀ ਗੁਰੂ ਸਾਹਿਬ ਨਾਲ ਕਈ ਮਿਲਦੀਆਂ ਨੇ, ਭਾਗਵਤ ਗੀਤਾ ਦੇ ਕੁਝ ਬੋਲ ਆ ਉਹ ਵੀ ਮਿਲਦੇ ਆ। ਤਾਂ ਇਹ ਸਾਰੀਆਂ ਚੀਜ਼ਾਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਤਾਂ ਹੀ ਕਹਿੰਦੇ ਆ ਕਿ ਕੁਰਾਨ ਸ਼ਰੀਫ ਦੀ ਅਜਾਨ ਵੀ ਹੈ ਤੇ ਮੁਰਲੀ ਦੀ ਤਾਨ ਵੀ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਗਿਆਨ ਵੀ ਹੈ, ਫਲਸਫਾ ਵੀ ਹੈ, ਸੰਗੀਤ ਵੀ ਹੈ, ਪਿਆਰ ਵੀ ਹੈ, ਮੁਹੱਬਤ ਵੀ ਹੈ। ਗੁਰੂ ਸਾਹਿਬ ਜੀ ਦੇ ਵਿੱਚ ਸਭ ਕੁਝ ਹੈ, ਵਿਗਿਆਨ ਵੀ ਆ। ਪਰ ਆਪਾਂ ਉੱਧਰਲੇ ਪਾਸੇ ਨਹੀਂ ਜਾਂਦੇ, ਆਪਾਂ ਸਿਰਫ ਉਹਦੇ ਨਾਲ ਵਸਲ ਕਿਵੇਂ ਹੋਵੇ, ਉਹਦੇ ਨਾਲ ਪ੍ਰੇਮ ਕਿਵੇਂ ਹੋਵੇ, ਇਹ ਆਪਾਂ ਵੇਖਦੇ ਹਾਂ। ਜੇ ਵਿਗਿਆਨ ਵਾਲਾ ਪਾਸਾ ਆਪਾਂ ਲੈ ਲੈਂਦੇ ਹਾਂ ਕਿ ਧਰਤੀ ਹੋਰ, ਪਰੇ ਹੋਰ, ਧਰਤੀ ਇੱਕ ਨਹੀਂ, ਧਰਤੀਆਂ ਬਹੁਤ ਆ। ਵਿਗਿਆਨ ਬਾਅਦ ਵਿੱਚ ਦੱਸਦਾ। ਸੂਰਜ ਦੀ ਵੀ ਉਮਰ ਹੁੰਦੀ ਆ, ਗੁਰੂ ਸਾਹਿਬ ਪਹਿਲਾਂ ਕਹਿੰਦੇ ਆ। ਵਿਗਿਆਨ ਬਾਅਦ ਚੋਂ ਦੱਸਦਾ ਵੀ ਇਹਨਾਂ ਦੀ ਵੀ ਉਮਰ ਹੁੰਦੀ ਆ। ਘਟੰਤ ਸੂਰਜ, ਘਟੰਤ ਦੀਪੰ, ਘਟੰਤ ਨਵ ਸਸਰ ਨਖੇਤਰ ਖੰਡਨ ਹੈ। ਇਹ ਗ੍ਰਹਿਆਂ ਦੀ ਵੀ ਉਮਰ ਹੁੰਦੀ ਆ, ਬੰਦੇ ਦੀ ਉਮਰ ਨਹੀਂ ਹੁੰਦੀ। ਰੱਬ ਤੋਂ ਬਿਨਾਂ ਬਾਕੀ ਹਰ ਚੀਜ਼ਾਂ ਦੀ ਉਮਰ ਆ ਬਾਣੀ 'ਚ ਲਿਖੀ। ਜਿਹਦੀ ਉਮਰ ਆ ਉਹ ਵਧੂਗਾ, ਘਟੂਗਾ, ਮਿਟੂਗਾ, ਚਾਹੇ ਉਹ ਸੂਰਜ ਆ, ਚਾਹੇ ਉਹ ਚੰਦ ਆ, ਚਾਹੇ ਉਹ ਤਾਰੇ ਆ। ਇੱਕ ਦਿਨ ਹੀ ਠੰਡਾ ਪੈ ਜਾਊਗਾ ਸੂਰਜ ਵੀ, ਇਵੇਂ ਲਿਖਿਆ। ਤਾਂ ਵਿਗਿਆਨ ਦੇ ਹਿਸਾਬ ਦੇ ਨਾਲ ਫਿਰ ਆਪਾਂ ਜਦੋਂ ਉੱਧਰ ਨੂੰ ਹੋ ਜਾਂਦੇ ਹਾਂ, ਫਿਰ ਅਸੀਂ ਗੁਰਮਤਿ ਨਾਲੋਂ ਜ਼ਿਆਦਾ ਟੁੱਟ ਜਾਂਦੇ ਹਾਂ। ਤਾਂ ਇਹ ਚੀਜ਼ਾਂ ਨੇ। ਤਾਂ ਏਕ ਅੱਖਰ ਜੋ ਗੁਰਮੁਖ ਜਾਪੈ, ਤਿਸ ਕੀ ਨਿਰਮਲ ਸੋਈ। ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼, 4 ਵਰਨਾ ਕੋ ਸਾਂਝਾ। ਇੱਥੇ ਪਿਆਰ ਦੀ ਗੱਲ ਆ ਬਾਣੀ ਵਿੱਚ ਕਿ ਚਾਹੇ ਤਾਂ ਹੋਵੇ ਖੱਤਰੀ, ਚਾਹੇ ਹੋਵੇ ਬ੍ਰਾਹਮਣ, ਚਾਹੇ ਹੋਵੇ ਸ਼ੂਦਰ,
ਚਾਹੇ ਹੋਵੇ ਵੈਸ਼, ਇਹਨਾਂ ਲਈ ਸਾਂਝਾ ਉਪਦੇਸ਼ ਆ। ਗੁਰੂ ਅਰਜਨ ਦੇਵ ਜੀ ਕਹਿੰਦੇ ਸਾਡਾ ਇਹ ਨਹੀਂ ਕਿ ਅਸੀਂ ਇਕੱਲੇ ਬ੍ਰਾਹਮਣ ਨੂੰ ਹੀ ਆਖਿਆ ਵਾ, ਜਪਜੀ ਸਾਹਿਬ ਦਾ ਗੁਟਕਾ ਸਾਹਿਬ ਇਕੱਲਾ ਬ੍ਰਾਹਮਣ ਹੀ ਪੜ੍ਹ ਸਕਦਾ, ਨਹੀਂ। ਇਹ ਨਹੀਂ ਕਿ ਇਕੱਲਾ ਖੱਤਰੀ ਹੀ ਪੜ੍ਹ ਸਕਦਾ, ਇਹ ਨਹੀਂ ਕਿ ਇਕੱਲਾ ਸੂਦਰ ਹੀ ਪੜ੍ਹ ਸਕਦਾ, ਇਹ ਨਹੀਂ ਕਿ ਇਕੱਲਾ ਵੈਸ਼ ਹੀ ਪੜ੍ਹ ਸਕਦਾ, ਕੋਈ ਵੀ ਪੜ੍ਹ ਸਕਦਾ। ਤਾਂ ਇਹ 4 ਦਰਵਾਜ਼ੇ ਜਿਹੜੇ ਸੀਗੇ ਹਰਿਮੰਦਰ ਸਾਹਿਬ ਦੇ, ਉਹ ਬਸ ਇਸੇ ਹੀ ਕਰਕੇ ਬਣਾਏ ਸੀਗੇ। ਗੁਰਮੁਖ ਨਾਮ ਜਪੈ ਉਧਰੈ ਸੋ ਕਲ ਮੈਂ, ਘਟ ਘਟ ਨਾਨਕ ਮਾਝਾ। ਗੁਰਮੁਖ ਬੰਦੇ, ਰੱਬ ਦੇ ਪਿਆਰੇ ਬੰਦੇ, ਇਹ ਕਲਯੁਗ ਦੇ ਵਿੱਚ ਵਿਕਾਰਾਂ ਤੋਂ ਬਚ ਜਾਂਦੇ ਆ। ਕਿਵੇਂ? ਉਹਦਾ ਸਵਾਲ ਕੁਐਸਚਨ ਮਾਰਕ ਆ, ਕਿਵੇਂ ਬਚ ਜਾਂਦੇ ਆ? ਉਹਨਾਂ ਨੂੰ ਹਰ ਚੀਜ਼ ਵਿੱਚ ਰੱਬ ਨਜ਼ਰ ਆਉਂਦਾ। ਘਟ ਘਟ ਨਾਨਕ ਮਾਝਾ, ਮਾਝਾ ਹੁੰਦਾ ਵਿੱਚ, ਘਟ ਘਟ ਵੀ ਹਰ ਬੰਦੇ ਦੇ ਵਿੱਚ ਨਜ਼ਰ ਆਉਂਦਾ ਹੈ ਰੱਬ। ਕਿਵੇਂ? ਕਿਉਂਕਿ ਜੇ ਕੋ ਬਚਨ ਕਮਾਵੇ ਸੰਤਨ ਕਾ, ਉਹ ਕੇਂਦਰੀ ਭਾਵ ਆ ਹੁਕਮਨਾਮੇ ਦਾ। ਉਹਨਾਂ ਨੇ ਆਪਦੇ ਗੁਰੂ ਦਾ ਬਚਨ ਕਮਾਇਆ। ਗੁਰੂ ਦਾ ਬਚਨ ਹੈ ਕੀ ਸੀਗਾ? ਨਿਰਵਾਣ ਕੀਰਤਨ ਗਾਵੋ ਕਰਤੇ ਕਾ। ਕੀਰਤਨ ਕੱਲਾ ਹਾਰਮੋਨੀਅਮ ਲੈ ਕੇ, ਉਹ ਵੀ ਕੀਰਤਨ ਹੈ, ਉਹਦੀ ਆਪਦੀ ਅਹਿਮੀਅਤ ਆ। ਸਰੰਦਾ ਲੈ ਕੇ, ਰਬਾਬ ਲੈ ਕੇ ਜਾਂ ਹੋਰ ਸਾਜ਼ ਲੈ ਕੇ ਗਾਉਣ ਨੂੰ ਕੱਲਾ ਕੀਰਤਨ ਨਹੀਂ ਕਹਿੰਦੇ। ਕੀਰਤਨ ਤੁਸੀਂ ਪਿਆਰ ਵਿੱਚ ਆ ਕੇ ਵਾਹਿਗੁਰੂ ਆਖ ਦਿੱਤਾ, ਉਹ ਵੀ ਕੀਰਤਨ ਹੀ। ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਕ ਸਿਮਰਤ ਜਿਤ ਛੂਟੈ। ਸਾਜ਼ਾਂ ਨਾਲ ਕੀਰਤਨ ਕਰਨਾ ਉਹਨਾਂ ਨੂੰ ਸਿੱਖ ਕੇ, ਬਹੁਤ ਕਿਸੇ 'ਤੇ ਕਿਰਪਾ ਹੋਵੇ ਤੇ ਬੰਦਾ ਕਰਦਾ। ਪਰ ਜਿਹੜਾ ਤੁਹਾਡੇ ਕੋਲ ਗਲਾ ਹੈ, ਕੰਠ ਆ, ਰਸਨਾ ਹੈ, ਇਹ ਵੀ ਇੱਕ ਤੁਹਾਡਾ ਸਰੀਰ ਵੀ ਇੱਕ ਸਾਜ਼ ਆ। ਇਹ ਸਰੀਰ ਇੱਕ ਸਾਜ਼ ਆ, ਇਹਦੇ ਵਿੱਚੋਂ ਸੰਗੀਤ ਉੱਗੇ, ਸੰਗੀਤ ਪੈਦਾ ਹੋਵੇ। ਉਹ ਕੀ? ਵਾਹਿਗੁਰੂ ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਕੋਈ। ਤਾਂ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹਨ, ਇਹਨਾਂ ਨੂੰ ਦੇਖਣਾ ਪਵੇਗਾ। ਜ਼ਖਮ ਜਬ ਵੀ ਕੋਈ ਗਹਿਰਾ ਦਿਲ ਪੇ ਲਗਾ, ਜ਼ਿੰਦਗੀ ਕੀ ਤਰਫ ਦਰੀਚਾ ਖੁਲਾ, ਗੋਇਆ हम भी किसी साज के तार हैं, चोट खाते रहे गुनगुनाते रहे। दीवा मेरा एक नाम, दुख विच पाया तेल। ਤਾਂ ਜਿਹੜੇ ਸਿਆਣੇ ਬੰਦੇ ਹੁੰਦੇ ਨੇ, ਉਹ ਦੁੱਖਾਂ ਨੂੰ ਕਹਿੰਦੇ ਨੇ ਕਿ ਇਹ ਉਹ ਚੋਟ ਆ ਜਿਹਦੇ ਨਾਲ ਮੇਰੇ 'ਚੋਂ ਸੰਗੀਤ ਪੈਦਾ ਹੋਊਗਾ। ਦੁੱਖ ਦਾਰੂ ਸੁਖ ਰੋਗ ਪਾਇਆ। ਜਿੱਦਾਂ ਉਹ ਫਕੀਰ ਸੀਗਾ, ਉਹਦੇ ਘੋੜੇ ਦੀ ਸੋਨੇ ਦੀ ਕਾਠੀ ਚੋਰੀ ਹੋਈ, ਉਹਨੇ ਕਿਹਾ ਸ਼ੁਕਰ ਆ ਮੈਂ ਕਿਸੇ ਦੇ ਕੰਮ ਆਇਆ ਦੁਨੀਆ 'ਚ ਆ ਕੇ। ਕਿਸੇ ਨੂੰ ਲੋੜ ਹੋਊਗੀ, ਚਲੋ ਚੋਰੀ ਹੋ ਗਈ, ਕਿਸੇ ਨੂੰ ਲੋੜ ਹੋਊਗੀ ਤਾਂ ਹੀ ਚੋਰੀ ਕਰਕੇ ਲੈ ਗਏ। ਜੇ ਚੀਜ਼ ਮੈਥੋਂ ਖੁੱਸ ਗਈ, ਹੁਣ ਮੈਂ ਕਲਪਾਂ ਵੀ ਇਹ ਸੋਨੇ ਦੀ ਕਾਠੀ ਗਈ, ਇਹ ਗਈ ਇੱਦਾਂ ਹੀ ਗਈ ਜਾਵਾਂ, ਫਿਰ ਮੈਂ ਕਦੇ ਰੱਬ ਦਾ ਸ਼ੁਕਰ ਨਹੀਂ ਕਰ ਪਾਊਂਗਾ, ਉਹਦੇ ਨੇੜੇ ਨਹੀਂ ਹੋ ਸਕਦਾ। ਇੱਕ ਤਾਂ ਮੇਰੀ ਸਿਹਤ ਖਰਾਬ ਹੋਊਗੀ ਵੀ ਇਹ ਚੀਜ਼ ਮੈਥੋਂ ਖੁੱਸ ਗਈ, ਉਹਦਾ ਹੌਂਕਾ ਲਊਂਗਾ ਮੈਂ। ਉਹਦੀ ਜਗ੍ਹਾ ਜੇ ਮੈਂ ਕਹਿਦਾ ਜੋ ਹੋਇਆ ਚੰਗਾ ਹੋਇਆ, ਇਹ ਮੇਰੇ ਲਈ ਠੀਕ, ਇਹ ਗੁਰੂ ਜਾਣਦਾ ਵੀ ਕਿਉਂ ਹੋਇਆ। ਤਾਂ ਇਹ ਬੰਦੇ, ਇਹੋ ਜਿਹੇ ਬੰਦੇ ਤਰਦੇ ਆ। ਜੋ ਤੁਧ ਭਾਵੈ ਸਾਈ ਭਲੀ ਕਾਰ। ਪਰ ਉਹ ਹੁੰਦਾ ਕਿਵੇਂ ਆ, ਅਵਸਥਾ ਕਿਵੇਂ ਬਣਦੀ ਆ? ਬਸ ਇੱਕ ਹੀ ਗੱਲ ਬਾਰ-ਬਾਰ ਮਹਾਰਾਜ ਕਹਿੰਦੇ ਆ, ਆਪਦੇ ਸਾਹਾਂ ਦੇ ਨਾਲ ਉਹਨੂੰ ਚੇਤੇ ਰੱਖੋ। ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕਹਿ ਸਦ ਕਾਮ। ਕੰਮ ਵੀ ਕਰੀ ਚੱਲੋ ਤੁਸੀਂ, ਪਰ ਉੱਠਦਿਆਂ ਬਹਿੰਦਿਆਂ ਸੁੱਤਿਆਂ ਸਦਾ ਸਦਾ ਹਰ ਨਾਮ ਤੇ ਆਈਏ, ਜਨ ਨਾਨਕ ਗੁਰਮੁਖ ਹਰ ਲਈ। ਫਿਰ ਇਸ ਤਰ੍ਹਾਂ ਫਿਰ ਮਿਰਜ਼ਾ ਗਾਲਿਬ ਜੀ ਕਹਿੰਦੇ ਆ, ਇਹ ਗੱਲਾਂ ਜਦੋਂ ਸਮਝ ਆ ਜਾਂਦੀਆਂ, ਸਮਝ ਜਿਵੇਂ ਤੋਂ ਆ ਗਿਆ ਹੈ ਪਰ ਫਿਰ ਵੀ ਸਮਝਾਇਆ ਨਹੀਂ ਜਾਤਾ। ਜੇ ਉਹ ਸਾਜ਼ ਹੈ ਜੋ हर नगमे पे गाया नहीं जाता, इस तरह जे वो नगमा है जो हर साज पे गाया नहीं जाता, समझ में आ गया है पर फिर भी समझाया नहीं जाता। वो भी कहते ने आपदे जो लिखते ने शायरी है उन्होंने कि कुछ गल्लां समझ च आ गईयां ने पर मैं इन्हां नूं समझा नहीं सकता, बस मैं कर सकदा। ਤਾਂ ਇਹੀ ਬਾਣੀ ਵਿੱਚ ਵੀ ਲਿਖਿਆ, ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ, ਜੇ ਕੋ ਕਹੇ ਪਿਛੇ ਪਛਤਾਏ। ਉਹ ਅਵਸਥਾ ਉੱਥੇ ਪਹੁੰਚ ਕੇ ਪਤਾ ਲੱਗਦਾ। ਇੱਕ ਬੱਚੇ ਨੂੰ ਕੀ ਪਤਾ ਹੁੰਦਾ ਜਵਾਨੀ ਕੀ ਹੁੰਦੀ ਆ, ਜਵਾਨ ਉਹਦੇ ਸਾਹਮਣੇ ਫਿਰਦਾ, ਭਾਵੇਂ ਜਵਾਨ ਹੋ ਕੇ ਪਤਾ ਲੱਗਦਾ ਜਵਾਨ ਕੀ ਆ। ਇੱਕ ਜਵਾਨ ਨੂੰ ਕੀ ਪਤਾ ਨੌਜਵਾਨ ਨੂੰ ਕਿ ਵਡੇਪੇ ਦਾ ਦੁੱਖ ਕੀ ਹੁੰਦਾ।
ਬਜ਼ੁਰਗੀ ਕੀ ਹੁੰਦੀ ਹੈ। ਬਜ਼ੁਰਗ ਹੋ ਕੇ ਪਤਾ ਲੱਗਦਾ ਬਜ਼ੁਰਗੀ ਕੀ ਹੈ। ਅਤੇ ਇੱਕ ਸਾਨੂੰ ਹੁਣ ਕੀ ਪਤਾ ਮੌਤ ਕੀ ਹੁੰਦੀ ਹੈ। ਜਦੋਂ ਮਰਾਂਗੇ ਉਦੋਂ ਪਤਾ ਲੱਗੂ ਵੀ ਉਹ ਕੀ ਹੁੰਦੀ ਹੈ ਨਾ। ਪਹਿਲਾਂ ਗੱਲਾਂ ਹੀ ਨੇ। ਤਾਂ ਆਪਾਂ ਨੂੰ ਕੀ ਪਤਾ ਵੀ ਗੁਰਸਿੱਖ ਕੀ ਹੁੰਦੇ ਆ, ਗੁਰਸਿੱਖ ਕੀ ਹੁੰਦੇ ਆ। ਗੁਰਸਿੱਖ ਹੋ ਕੇ ਪਤਾ ਲੱਗਦਾ ਗੁਰਸਿੱਖ ਕੌਣ ਹੁੰਦੇ ਨੇ। ਏਵੜ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੇ ਸੋਏ। ਇੰਨਾ ਉੱਚਾ ਕੋਈ ਉਹਦੇ ਜਿੰਨਾ ਹੋਊਗਾ ਤਾਂ ਸਾਨੂੰ ਪਤਾ ਲੱਗੂ ਜਾ ਕੇ ਇਹ ਸਾਰੀਆਂ ਚੀਜ਼ਾਂ ਕੀ ਨੇ। ਤਾਂ 3 ਗੱਲਾਂ ਤੁਸੀਂ ਜਿਹੜੀਆਂ ਨੇ ਉਹ ਯਾਦ ਰੱਖੋ। ਉਹ ਹੈ ਸਿਆਣੇ ਲੋਕਾਂ ਦੇ ਕੋਲ ਬੈਠਣ ਨਾਲ ਸਾਡਾ ਭਲਾ ਹੁੰਦਾ ਹੈ। ਬੁੱਧਮ ਸ਼ਰਣਮ ਗਛਾਮੀ ਪਹਿਲਾ ਵਚਨ ਹੈ ਮਹਾਤਮਾ ਬੁੱਧ ਜੀ ਦਾ। ਸਿਆਣਾ ਕੌਣ ਆ ਹੁਣ? ਹਮ ਮੂਰਖ ਤੁਮ ਚਤਰ ਸਿਆਣੇ। ਗੁਰੂ ਸਾਹਿਬ ਜੀ ਸਿਆਣੇ। ਗੁਰੂ ਸਾਹਿਬ ਕੋਲ ਆ ਕੇ ਬੈਠਣ ਦੇ ਨਾਲ ਸਾਡਾ ਭਲਾ ਹੁੰਦਾ ਹੈ। ਅੱਗੇ ਆ ਸੰਗਮ ਸ਼ਰਣਮ ਗਛਾਮੀ। ਉਹ ਲੋਕ ਜਿਹੜੇ ਗੁਰੂ ਦੀ ਬਾਣੀ ਨੂੰ, ਚੰਗੀਆਂ ਗੱਲਾਂ ਨੂੰ ਮਹੱਤਤਾ ਦਿੰਦੇ ਆ, ਜਿਹੜੇ ਉਹਨਾਂ ਨੂੰ ਪੜ੍ਹਦੇ ਆ, ਜਿਹੜੇ ਉਹਨਾਂ ਨੂੰ ਸਮਝਦੇ ਆ, ਉਹਨਾਂ ਕੋਲ ਬੈਠਣ ਨਾਲ ਸਾਡਾ ਭਲਾ ਹੁੰਦਾ। ਉਹ ਕੌਣ ਆ? ਗੁਰਸਿੱਖ ਆ। ਗੁਰਸਿੱਖ ਆਸ਼ਿਕ ਸ਼ਬਦ ਕੇ। ਤੀਜੀ ਗੱਲ ਜਿਹੜੀ ਸਾਨੂੰ ਸਭ ਤੋਂ ਔਖੀ ਲੱਗਦੀ ਆ, ਧੰਮਮ ਸ਼ਰਣਮ ਗਛਾਮੀ। ਜੋ ਸਿਆਣੇ ਲੋਕ ਕਹਿੰਦੇ ਆ ਕਿ ਐਵੇਂ ਚੱਲੋ, ਉਹ ਰਾਹ 'ਤੇ ਚੱਲਣ ਨਾਲ ਸਾਡਾ ਭਲਾ ਹੁੰਦਾ। ਜੋ ਗੁਰ ਕਹੈ ਸੋਈ ਭਲ ਮਾਨੂ ਹਰ ਹਰ ਕਥਾ ਨਿਰਾਲੀ। ਜੋ ਗੁਰੂ ਸਾਹਿਬ ਜੀ ਕਹਿੰਦੇ ਆ ਉਹਦੇ ਨਾਲ ਸਾਡਾ ਭਲਾ ਹੁੰਦਾ। ਸੋ ਇਹ 3 ਚੀਜ਼ਾਂ ਨੇ। ਇਹਨਾਂ ਤਿੰਨਾਂ ਨੂੰ ਮੰਨਣਾ ਪੈਂਦਾ। ਤਿੰਨਾਂ ਸੂਤਰਾਂ ਨੂੰ ਕਮਾ ਕੇ ਹੀ ਬੰਦਾ ਨਿਮਕ ਸਿਮਰਤ ਜਿਤ ਛੂਟੈ ਤੇ ਇਸ ਸੰਸਾਰ ਤੋਂ ਤਰ ਸਕਦਾ। ਅਦਰਵਾਈਜ਼ ਉਹ ਤੇ ਫਿਰ ਆਵੇ ਜਿਹੜਾ ਇੱਕ ਚੱਕਰ ਆ, ਜਮ ਜਮ ਮਰੈ ਮਰੈ ਫਿਰ ਜੰਮੈ ਬਹੁਤ ਸਜਾਏ ਇਹੀ ਸਜ਼ਾ ਵਸ ਇੱਕ ਪਿਆ ਦੇਸ਼ ਲੰਮੈ। ਇਹੀ ਸਜ਼ਾ, ਫਿਰ ਜੰਮ ਪਿਆ ਫਿਰ ਮਰ ਗਿਆ, ਫਿਰ ਜੰਮ ਪਿਆ ਫਿਰ ਮਰ ਗਿਆ। ਇਦੋਂ ਵੱਡੀ ਕੋਈ ਸਜ਼ਾ ਨਹੀਂ ਬਾਣੀ ਦੇ ਅਨੁਸਾਰ। ਗੁਰਸਿੱਖ ਬਸ ਲੀਨ ਹੋ ਗਏ। ਉਹਨਾਂ ਕੋਲ ਹੁਣ ਨਾ ਉਮਰ ਆ, ਨਾ ਜਨਮ ਆ, ਨਾ ਮਰਨ ਆ, ਉਹਦੇ ਵਿੱਚ ਲੀਨ ਹੋ ਗਏ। ਰੋਜ਼ਾਨਾ ਜਿਹੜੀ ਸਾਖੀ ਸੁਣਦੇ ਹੋ ਉਹ ਆਪ ਜੀ ਹੁਣ ਸਰਵਣ ਕਰੋ। ਦੁਨੀਆ ਨੂੰ ਤਾਰਦੇ ਹੋਏ ਗੁਰੂ ਨਾਨਕ ਸਾਹਿਬ ਜੀ ਸੰਗਲਾਦੀਪ ਪਹੁੰਚਦੇ ਆ, ਜਿੱਥੇ ਰਾਜਾ ਸ਼ਿਵਨਾਭ ਗੁਰੂ ਮਹਾਰਾਜ ਨੂੰ ਉਡੀਕ ਰਿਹਾ ਸੀਗਾ ਕਿ ਗੁਰੂ ਸਾਹਿਬ ਜੀ ਕਦੋਂ ਆਉਣਗੇ। ਝੂਠੇ ਗੁਰੂ ਬਹੁਤ ਆਏ ਉੱਥੇ। ਗੁਰੂ ਨਾਨਕ ਸਾਹਿਬ ਜੀ ਜਦੋਂ ਉੱਥੇ ਜਾਂਦੇ ਨੇ ਤਾਂ ਉਸ ਵਕਤ ਉੱਥੇ ਕੁਝ ਕਲੀਆਂ ਸੀਗੀਆਂ ਜਿਹੜੀਆਂ ਖਿੜੀਆਂ ਨਹੀਂ ਸੀ, ਬਾਗ ਸੀਗਾ ਬਣਿਆ ਹੋਇਆ। ਕੁਝ ਬੂਟੇ ਪੌਦੇ ਮੁਰਝਾਏ ਸੀਗੇ, ਜਿਵੇਂ ਮੁਰਝਾ ਜਾਂਦੇ ਆ। ਜਦੋਂ ਗੁਰੂ ਨਾਨਕ ਸਾਹਿਬ ਜੀ ਉੱਥੇ ਜਾਂਦੇ ਆ ਅਤੇ ਭਾਈ ਸਾਹਿਬ ਭਾਈ ਮਰਦਾਨਾ ਜੀ ਕੀਰਤਨ ਕਰਦੇ ਆ, ਰਬਾਬ ਵਜਾਉਂਦੇ ਆ, ਉਦੋਂ ਫਿਰ ਉੱਥੇ ਸਾਰੀਆਂ ਚੀਜ਼ਾਂ ਖਿੜ ਪੈਂਦੀਆਂ। ਸੁੱਕਾ ਘਾਹ ਹਰਾ ਹੋ ਜਾਂਦਾ, ਕਲੀਆਂ ਫੁੱਲ ਬਣ ਜਾਂਦੀਆਂ, ਚਿੜੀਆਂ ਹੋਰ ਸੋਹਣੀਆਂ ਲੱਗਣ ਲੱਗ ਜਾਂਦੀਆਂ। ਸਾਰੀਆਂ ਚੀਜ਼ਾਂ ਐਨ ਕੁਦਰਤ ਪੂਰੀ ਰਸ ਨਾਲ ਭਰ ਜਾਂਦੀ ਆ, ਰਸ ਚੋਣ ਲੱਗ ਜਾਂਦਾ ਫੁੱਲਾਂ 'ਚੋਂ। ਇਹ ਕੌਤਕ ਇੱਕ ਕੋਈ ਉੱਥੇ ਸੱਜਣ ਵੇਖ ਲੈਂਦਾ ਹੈ। ਸੁੱਕਾ ਘਾਹ ਹਰਾ ਹੁੰਦਾ, ਕਲੀਆਂ ਫੁੱਲ ਬਣਦੀਆਂ। ਆਮ ਇਹ ਰਾਤ ਨੂੰ ਸਾਰੀਆਂ ਚੀਜ਼ਾਂ ਹੋ ਜਾਂਦੀਆਂ, ਸਾਨੂੰ ਪਤਾ ਹੀ ਨਹੀਂ ਲੱਗਦਾ ਕਲੀ ਕਦੋਂ ਫੁੱਲ ਬਣ ਜਾਂਦੀ ਹੈ। ਸਾਨੂੰ ਕਦੇ ਦਿਖੀ ਹੋਈ ਨਹੀਂ ਉਹ ਚੀਜ਼ ਇੱਦਾਂ ਵੱਧਦੀ, ਉਹ ਹੋਈ ਪਈ ਹੁੰਦੀ ਹੈ। ਤਾਂ ਉਹਨੂੰ ਨਜ਼ਰ ਆਈ ਅਤੇ ਉਹ ਜਾਂਦਾ ਰਾਜੇ ਕੋਲ। ਕਹਿੰਦਾ ਕੋਈ ਸੰਤ ਆਏ ਹੋਏ ਆ, 3 ਜਾਣੇ ਨੇ, ਉਹ ਕੀਰਤਨ ਕਰੀ ਜਾਂਦੇ ਉੱਥੇ ਬੈਠੇ। ਫਿਰ ਰਾਜਾ ਕਹਿੰਦਾ ਵੀ ਹੋਵੇ ਨਾ ਹੋਵੇ। ਉਹ ਰੋਜ਼ ਰੋਂਦਾ ਸੀਗਾ ਗੁਰੂ ਸਾਹਿਬ ਲਈ ਕਦੋਂ ਹੋਣਗੇ। ਕਹਿੰਦਾ ਇਹ ਗੁਰੂ ਨਾਨਕ ਜੀ ਹੋਣਗੇ, ਹੋਵੇ ਨਾ ਹੋਵੇ ਅਤੇ ਪਤਾ ਕਰੋ ਉਹਨਾਂ ਦਾ ਅੱਗੇ ਜਾ ਕੇ। ਫਿਰ ਉਹ ਉੱਥੇ ਕਿਵੇਂ ਉਹਨਾਂ ਨੂੰ ਭੇਜੇਗਾ ਅੱਗੇ ਗੁਰੂ ਸਾਹਿਬ ਜੀ ਨੂੰ ਪਛਾਣਨ ਲਈ ਵੀ ਇਹ ਉਹੀ ਵਾਕਈ ਉਹੀ ਨੇ, ਭੇਖ ਵਾਲੇ ਤਾਂ ਨਹੀਂ। ਅੱਗੇ ਕੀ ਹੁੰਦਾ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰੋਗੇ। ਭੁੱਲ ਚੁੱਕ ਦੀ ਖਿਮਾ। ਗੁਰੂ ਨਾਨਕ ਸਾਹਿਬ ਜੀ ਦੀ ਸ਼ਾਨ ਅਤੇ ਗੁਰਸਿੱਖਾਂ ਦੀ ਸ਼ਾਨ ਬੜੀ ਉੱਚੀ ਹੈ। ਬੋਲਦੇ ਆ ਇੱਕ ਨਹੀਂ, ਬਹੁਤ ਭੁੱਲਾਂ ਹੋ ਗਈਆਂ ਹਨ। ਭੁੱਲ ਚੁੱਕ ਦੀ ਖਿਮਾ। ਆਓ ਪਿਆਰੇ ਦੀ ਯਾਦ ਵਿੱਚ ਬੈਠੀਏ। ਗੁਰੂ ਸਾਹਿਬ ਜੀ ਇਹੀ ਕਹਿੰਦੇ ਆ ਅਤੇ ਇਹਦੇ ਵਿੱਚ ਹੀ ਭਲਾ ਹੋਊਗਾ ਸਾਡਾ, ਜੋ ਕਹਿੰਦੇ ਆ ਵਾਹਿਗੁਰੂ ਕਹਿਣ ਵਿੱਚ। ਫਿਰ ਇਹ ਗੱਲ ਨੂੰ ਦਿਲ 'ਤੇ ਲਿਖੀਏ ਵੀ ਇਸੇ 'ਚ ਹੀ ਸਾਡਾ ਭਲਾ ਵਾ ਵਾਹਿਗੁਰੂ ਕਹਿਣ ਵਿੱਚ। ਵਾਹਿਗੁਰੂ ਵਾਹਿਗੁਰੂ
देहो सज्जने असीसड़ियाँ जो होवै साहिब सो मेल। वाहिगुरु जी का खालसा वाहिगुरु जी की फतेह। तूठा